ਬਟ ਹੁਣ 8ਵੀਂ ਕਲਾਸ ਦਾ ਅਧਿਆਇ 8 ਰਾਸ਼ੀਆਂ ਦੀ ਤੁਲਨਾ ਕੰਪੇਅਰਿੰਗ ਕੁਆਂਟੀਟੀਜ਼ ਦੀ ਅਭਿਆਸ 8.2 ਦਾ ਪੰਜਵਾਂ ਸਵਾਲ ਕਰਨ ਜਾ ਰਹੇ ਹਾਂ। ਧਿਆਨ ਨਾਲ ਦੇਖਣਾ ਸਾਰਿਆਂ ਨੇ, ਬਹੁਤ ਇੰਪੋਰਟੈਂਟ ਸਵਾਲ ਹੈ। ਇੱਕ VCR ਅਤੇ TV ਦੋ ਚੀਜ਼ਾਂ ਨੇ ਬੇਟਾ, ਇੱਕ VCR ਹੈ ਇੱਕ TV ਹੈ। ਹਰੇਕ ਨੂੰ 8,000 ਰੁਪਏ ਤੇ ਖਰੀਦਿਆ ਗਿਆ। ਖਰੀਦਿਆ ਦਾ ਮਤਲਬ ਪਤਾ ਨਾ, CP ਕੋਸਟ ਪ੍ਰਾਈਸ। ਦੁਕਾਨਦਾਰ ਨੂੰ VCR 4% ਹਾਨੀ ਤੇ TV 8% ਲਾਭ ਹੋਇਆ ਹੈ। ਦੁਕਾਨਦਾਰ ਨੂੰ ਇੱਥੇ ਖਰੀਦਿਆ ਦੀ ਥਾਂ ਬੇਟਾ ਖਰੀਦਣ ਤੋਂ ਬਾਅਦ ਲਾਭ ਹੋਇਆ ਹੈ। ਇਸ ਪੂਰੇ ਲੈਣ ਦੇਣ ਵਿੱਚ ਲਾਭ ਜਾਂ ਹਾਨੀ, ਮਤਲਬ ਦੇਖੋ ਦੁਕਾਨਦਾਰ ਨੇ ਤਾਂ ਵੇਚਿਆ ਨਾ। ਹੁਣ ਇੱਕ VCR ਤੇ ਇੱਕ TV, VCR ਵੀ 8,000 ਦਾ ਵੇਚ ਦਿੱਤਾ, TV ਵੀ 8,000 ਦਾ ਵੇਚ ਦਿੱਤਾ। ਦੁਕਾਨਦਾਰ ਨੂੰ 4% ਹਾਨੀ ਹੋਈ ਹੈ VCR ਵੇਚਣ ਤੇ 8% ਦਾ ਲਾਭ ਹੋਇਆ TV ਵੇਚਣ ਤੇ। ਤਾਂ ਪੁੱਛ ਰਿਹਾ ਹੈ ਕਿ ਜੇ ਅਸੀਂ ਟੋਟਲ ਕਰੀਏ ਦੋਨੇ ਟ੍ਰਾਂਸੈਕਸ਼ਨ ਦੇ ਵਿੱਚ ਉਹਨੂੰ ਲਾਭ ਹੋਇਆ ਜਾਂ ਹਾਨੀ ਹੋਈ। ਕਈ ਵਾਰ ਇੱਦਾਂ ਹੁੰਦਾ ਨਾ ਕਿ ਆਪਾਂ ਇੱਕ ਚੀਜ਼ ਵੇਚੀ 100 ਰੁਪਏ ਹਾਨੀ ਲੈ ਲਈ, 100 ਰੁਪਏ ਮਤਲਬ 500 ਦੀ ਖਰੀਦੀ 400 ਦੀ ਵੇਚਤੀ, 100 ਰੁਪਏ ਹਾਨੀ ਹੋ ਗਈ। ਲੇਕਿਨ ਦੂਜੀ ਚੀਜ਼ ਅਸੀਂ 100 ਦੀ ਲੈ ਕੇ 400 ਦੀ ਵੇਚਤੀ, 300 ਰੁਪਏ ਦਾ ਲਾਭ ਹੋ ਗਿਆ। ਅਤੇ ਜੇ ਟੋਟਲ ਕਰੀਏ ਅਸੀਂ ਦੋਨਾਂ ਨੂੰ ਮਿਲਾਈਏ, ਪਹਿਲੀ ਚੀਜ਼ ਦੇਖੋ ਅਸੀਂ 500 ਦੀ ਲਿੱਤੀ 400 ਦੀ ਵੇਚੀ, CP ਕੋਸਟ ਪ੍ਰਾਈਸ ਤੇ SP, ਇੱਥੇ ਸਾਨੂੰ ਲੋਸ ਹੋ ਗਿਆ 100 ਰੁਪਏ ਦਾ। ਲੇਕਿਨ ਦੂਜੀ ਚੀਜ਼ ਅਸੀਂ 100 ਰੁਪਏ ਦੀ ਖਰੀਦੀ ਅਤੇ 300 ਦੀ ਵੇਚਤੀ। ਇਹਦਾ ਮਤਲਬ ਟੋਟਲ ਅਸੀਂ ਚੀਜ਼ਾਂ 600 ਰੁਪਏ ਅਸੀਂ ਆਪਣੇ ਖਰਚੇ ਕੀਤੇ ਸੀਗੇ। ਸਾਡਾ ਜੇਬ ਦੇ ਵਿੱਚੋਂ ਖਰਚਾ ਹੋਇਆ 600 ਰੁਪਏ ਦਾ, ਲੇਕਿਨ ਅਸੀਂ ਕਮਾ ਲਿਆ 700 ਰੁਪਏ। ਮਤਲਬ ਜੇ ਕੱਲੀ ਚੀਜ਼ ਵੀ ਦੇਖੀਏ ਤਾਂ ਇੱਥੇ ਨੁਕਸਾਨ ਹੋਇਆ, ਇੱਥੇ ਲਾਭ ਹੋਇਆ ਹੈ। ਪਰ ਜੇ ਟੋਟਲ ਦੇਖ ਲਈਏ ਤਾਂ ਟੋਟਲ ਟ੍ਰਾਂਸੈਕਸ਼ਨ ਦੇ ਵਿੱਚ ਸਾਨੂੰ 100 ਰੁਪਏ ਬਚੇ ਨੇ। ਅਤੇ ਇਸ ਤਰ੍ਹਾਂ ਉਹ ਵੀ ਇਹੀ ਪੁੱਛ ਰਿਹਾ ਕਿ ਕੱਲੀ ਦੇ ਵਿੱਚ ਤਾਂ ਤੁਹਾਨੂੰ ਦੱਸਤਾ ਕਿ ਇਹਦੇ ਵਿੱਚ ਹਾਨੀ ਹੋ ਰਹੀ ਹੈ, ਇਹਦੇ ਵਿੱਚ ਲਾਭ ਹੋ ਰਹੀ ਹੈ। ਤੁਸੀਂ ਇਹ ਦੱਸੋ ਕਿ ਟੋਟਲ ਦੋਨਾਂ ਦੇ ਪੈਸੇ ਜੋੜ ਲਈਏ, ਕਿੰਨਾ ਤੁਸੀਂ ਖਰਚਾ ਕੀਤਾ ਦੋਨਾਂ 'ਤੇ, ਕਿੰਨਾ ਤੁਸੀਂ ਕਮਾਇਆ। ਹੁਣ ਦੱਸੋ ਤੁਹਾਨੂੰ ਲਾਭ ਹੋਇਆ ਜਾਂ ਹਾਨੀ ਹੋਈ। ਹੁਣ ਦੇਖੋ ਤੁਸੀਂ ਧਿਆਨ ਨਾਲ, ਅਸੀਂ ਕਿਸ ਤਰੀਕੇ ਨਾਲ ਸਵਾਲ ਨੂੰ ਹੱਲ ਕਰਨ ਜਾ ਰਹੇ ਹਾਂ। ਇਹ ਸਵਾਲ ਲਾਭ ਤੇ ਹਾਨੀ ਦੇ ਉੱਤੇ ਹੈ, ਅਤੇ ਇਸ ਕਰਕੇ ਇਸ ਦੇ ਉੱਤੇ ਫਾਰਮੂਲਾ ਵੀ ਲਾਭ ਹਾਨੀ ਵਾਲਾ ਹੀ ਲੱਗੇਗਾ। ਦੇਖੋ ਬੇਟਾ ਮੈਂ ਕਿਸ ਤਰੀਕੇ ਨਾਲ ਲਿਖਿਆ ਹੈ। ਗੁਲਾਬੀ ਪੈਨ ਦੇ ਵਿੱਚ ਜੋ ਮੈਂ ਲਿਖਿਆ ਬੇਟਾ ਉਹ ਪੰਜਾਬੀ ਮੀਡੀਅਮ ਵਾਲੇ ਬੱਚਿਆਂ ਦੇ ਲਈ ਹੈ, ਅਤੇ ਜਿਹੜਾ ਹਰੇ ਰੰਗ ਨਾਲ ਲਿਖਿਆ ਉਹ ਮੈਂ ਇੰਗਲਿਸ਼ ਮੀਡੀਅਮ ਵਾਲੇ ਬੱਚੇ ਨੇ ਲਿਖਿਆ ਹੈ। VCR ਦਾ ਖਰੀਦ ਮੁੱਲ ਸਾਨੂੰ ਕਿਹਾ ਹੈ 8,000 ਰੁਪਏ, ਅਤੇ TV ਦਾ ਖਰੀਦ ਮੁੱਲ 8,000 ਰੁਪਏ। ਉਹਨੇ ਇਹ ਕਿਹਾ ਨਾ ਕਿ VCR ਅਤੇ TV ਦੋਨੋਂ 8,000 ਰੁਪਏ ਦੇ ਖਰੀਦੇ ਗਏ ਨੇ। ਹਾਨੀ 4%, ਲਾਭ 8% ਸਾਨੂੰ ਸਵਾਲ ਵਿੱਚ ਦਿੱਤਾ ਗਿਆ ਹੈ। ਅਤੇ ਵੇਚ ਮੁੱਲ ਦਾ ਫਾਰਮੂਲਾ 100 ਮਾਈਨਸ ਹਾਨੀ, ਵੇਚ ਮੁੱਲ ਦਾ ਫਾਰਮੂਲਾ 100 ਜਮ੍ਹਾਂ ਲਾਭ, ਕਿਉਂਕਿ ਇਸ ਖਾਨੇ ਵਿੱਚ ਲਾਭ ਹੋ ਰਿਹਾ ਅਤੇ ਇਸ ਖਾਨੇ ਵਿੱਚ ਹਾਨੀ ਹੋ ਰਹੀ ਹੈ। ਇੰਗਲਿਸ਼ ਵਿੱਚ CP ਆਫ VCR, ਇੱਥੇ CP ਆਫ TV ਲਿਖਾਂਗੇ, ਇੱਥੇ ਲੋਸ % ਪ੍ਰੋਫਿਟ %, SP = 100 ਮਾਈਨਸ ਲੋਸ ਬਾਈ 100 into CP। ਸਿਮਿਲਰਲੀ ਇਸ ਤਰ੍ਹਾਂ ਅਸੀਂ ਮੈਂ ਇੰਗਲਿਸ਼ ਅਤੇ ਪੰਜਾਬੀ ਬੱਚੇ ਦੋਨੇ ਵਾਸਤੇ ਕੰਡੀਸ਼ਨਸ ਲਿਖ ਦਿੱਤੀਆਂ ਨੇ। ਧਿਆਨ ਨਾਲ ਦੇਖਣਾ ਹੈ ਬੇਟਾ। ਹੁਣ ਇਸ ਤੋਂ ਬਾਅਦ ਜੋ ਮੈਂ ਕੰਮ ਕਰ ਰਿਹਾ ਉਹ ਦੋਨਾਂ ਲਈ ਸਾਂਝਾ ਹੋਵੇਗਾ। ਨੀਲੇ ਰੰਗ ਨਾਲ ਕਰ ਰਿਹਾ ਸਵਾਲ, ਅੱਗੇ ਕੰਮ ਧਿਆਨ ਨਾਲ ਦੇਖਣਾ ਸਾਰਿਆਂ ਨੇ। ਹੁਣ ਦੇਖੋ ਵੇਚ ਮੁੱਲ ਸਾਨੂੰ ਨਹੀਂ ਪਤਾ ਸੀ, ਪਤਾ ਕਰਨਾ ਹੈ। SP ਸਾਨੂੰ ਨਹੀਂ ਪਤਾ ਹੈ 100 ਮਾਈਨਸ ਹਾਨੀ ਕਿੰਨੀ ਹੈ 4 ਹੈ ਬਟਾ 100 ਗੁਣਾ ਖਰੀਦ ਮੁੱਲ ਸਾਡੇ ਕੋਲ ਹੈ 8,000 ਬਟਾ 100 ਦੇ ਵਿੱਚੋਂ 4 ਗਏ 96 ਬਟਾ 100 ਗੁਣਾ 8,000। 2 0 ਨਾਲ 2 0 ਬਟਾ ਕੱਟੇ ਗਏ ਨੇ, ਅਤੇ ਸਾਡੇ ਕੋਲ ਬਚ ਗਿਆ ਹੈ ਸਿਰਫ 96 ਗੁਣਾ 80, ਅਤੇ ਇਹਨੂੰ ਗੁਣਾ ਕਰਕੇ ਅਸੀਂ ਆਪਣਾ ਆਨਸਰ ਪ੍ਰਾਪਤ ਕਰ ਸਕਦੇ ਹਾਂ। ਸਾਨੂੰ SP ਵੇਚ ਮੁੱਲ ਮਿਲ ਜਾਏਗਾ VCR ਦਾ। ਇਸੇ ਤਰ੍ਹਾਂ ਆਪਾਂ ਇੱਥੇ ਆਉਂਦੇ ਹਾਂ ਵੇਚ ਮੁੱਲ ਪਤਾ ਕਰਨ ਲਈ 100 ਜਮ੍ਹਾਂ ਲਾਭ, ਲਾਭ ਸਾਨੂੰ 8% ਦਿੱਤਾ ਗਿਆ ਹੈ ਬਟਾ 100 ਗੁਣਾ 8,000, ਕਿਉਂਕਿ ਖਰੀਦ ਮੁੱਲ ਇਹਦਾ ਵੀ 8,000 ਹੈ। ਜੋੜ ਕੇ ਇਹਨੂੰ 108 ਮਿਲ ਗਿਆ ਹੈ, 108 ਬਟਾ 100 ਗੁਣਾ 8,000 ਬਟਾ 2 0 ਨਾਲ 2 0 ਕੱਟੀਆਂ ਗਈਆਂ, ਅਤੇ ਹੁਣ ਸਾਡਾ ਆਨਸਰ ਕਿੱਦਾਂ ਆਏਗਾ 108 ਨੂੰ 80 ਨਾਲ ਗੁਣਾ ਕਰਕੇ। ਜਦੋਂ ਅਸੀਂ ਗੁਣਾ ਕਰ ਰਹੇ ਹਾਂ ਬੇਟਾ ਧਿਆਨ ਨਾਲ ਦੇਖੋ 0 8 ਬਟਾ 64 ਅਤੇ 8 × 8 8640, ਅਤੇ ਇਹਨੂੰ ਗੁਣਾ ਕਰਾਂਗੇ ਤੁਸੀਂ ਕਰਕੇ ਦੇਖ ਲਿਓ 8 6 48 0 ਉੱਪਰ 4 72 ਅਤੇ 4 76, ਅਤੇ ਇਸ ਤਰ੍ਹਾਂ ਅਸੀਂ ਦੋਨੇ TV ਅਤੇ VCR ਦੀ ਵੇਚ ਮੁੱਲ ਪਤਾ ਕਰ ਲਈ ਹੈ। ਹੁਣ ਅਸੀਂ ਕੀ ਪਤਾ ਕਰਾਂਗੇ, ਦੋਨਾਂ ਨੂੰ ਮਿਲਾ ਕੇ ਕਿੰਨਾ ਖਰੀਦ ਮੁੱਲ ਆਇਆ ਅਤੇ ਦੋਨਾਂ ਨੂੰ ਮਿਲਾ ਕੇ ਕਿੰਨਾ ਵੇਚ ਮੁੱਲ ਆਇਆ ਹੈ। ਹੁਣ ਦੇਖੋ ਬੇਟਾ ਅਸੀਂ ਧਿਆਨ ਨਾਲ ਇੱਕ ਵਾਰ ਦੁਬਾਰਾ ਦੇਖੋ, ਸਾਨੂੰ ਜਿਹੜਾ TV ਅਤੇ VCR ਸੀਗਾ, VCR 8,000 ਰੁਪਏ 'ਚ ਖਰੀਦਿਆ ਗਿਆ ਸੀਗਾ, TV ਵੀ 8,000 'ਤੇ ਖਰੀਦਿਆ ਗਿਆ ਸੀਗਾ। ਇਸ ਕਰਕੇ VCR ਅਤੇ TV ਦਾ ਕੁੱਲ ਖਰੀਦ ਮੁੱਲ ਕਿੰਨਾ ਹੋਏਗਾ 8,000 ਜਮ੍ਹਾਂ 8,000। ਮੈਂ ਲਿਖ ਲਿਆ ਦੇਖੋ TV ਅਤੇ VCR ਦਾ ਕੁੱਲ ਖਰੀਦ ਮੁੱਲ 8,000 ਜਮ੍ਹਾਂ 8,000 16,000 ਰੁਪਏ ਸਾਡਾ ਆ ਚੁੱਕਾ ਹੈ ਖਰੀਦ ਮੁੱਲ। CP ਆਫ TV ਐਂਡ VCR, TV ਅਤੇ VCR ਦਾ ਵੇਚ ਮੁੱਲ ਅਸੀਂ ਹੁਣੇ ਪਤਾ ਕੀਤਾ ਹੈ
ਤੇ ਕੀ ਜਿਹੜਾ VCR ਹੈ ਉਹ 7680 ਰੁਪਏ ਦਾ ਤੇ TV 8640 ਰੁਪਏ ਦਾ ਵੇਚਿਆ ਗਿਆ। ਇਹਨਾਂ ਨੂੰ ਜੋੜ ਕੇ ਸਾਡੇ ਕੋਲ ਕਿੰਨਾ ਅਮਾਊਂਟ ਆ ਗਿਆ ਹੈ 16320। ਤੇ ਹੁਣ ਦੇਖੋ ਅਸੀਂ ਟੋਟਲ 16000 ਰੁਪਏ ਜੇਬ ਦੇ ਵਿੱਚੋਂ ਖਰਚੇ ਸਨ ਤੇ 16320 ਰੁਪਏ ਸਾਡੇ ਕੋਲ ਹੁਣ ਆ ਗਏ ਨੇ। ਇਹਦਾ ਮਤਲਬ ਸਾਡੇ ਕੋਲ ਪੈਸੇ ਵੱਧ ਆਏ ਨੇ, ਸਾਨੂੰ ਲਾਭ ਹੋ ਰਿਹਾ ਹੈ। ਤੇ ਲਾਭ ਕਿੱਦਾਂ ਪਤਾ ਕਰਦੇ ਹਾਂ ਅਸੀਂ? ਵੇਚ ਮੁੱਲ ਚੋਂ ਖਰੀਦ ਮੁੱਲ ਨੂੰ ਮਾਈਨਸ करके 16320 ਦੇ ਵਿੱਚੋਂ 16000 ਮਾਈਨਸ ਕੀਤਾ, ਸਾਡੇ ਕੋਲ ਕਿੰਨਾ ਲਾਭ ਹੋ ਗਿਆ? 320 ਰੁਪਏ ਦਾ ਸਾਡਾ ਲਾਭ ਹੋ ਗਿਆ ਹੈ। ਹੁਣ ਲਾਭ ਪ੍ਰਤੀਸ਼ਤ ਦਾ ਫਾਰਮੂਲਾ ਤਾਂ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੀ ਹੈ ਕਿ ਲਾਭ ਪ੍ਰਤੀਸ਼ਤ ਦਾ ਫਾਰਮੂਲਾ ਹੁੰਦਾ ਹੈ ਲਾਭ ਬਟਾ ਖਰੀਦ ਮੁੱਲ ਗੁਣਾ 100। ਪ੍ਰੋਫਿਟ ਪਰਸੈਂਟ ਦਾ ਫਾਰਮੂਲਾ ਹੁੰਦਾ ਹੈ ਪ੍ਰੋਫਿਟ ਓਵਰ CP × 100। ਇਹ ਆਪਾਂ ਪਿਛਲੀ ਕਲਾਸ ਦੇ ਵਿੱਚ ਕਰਕੇ ਆ ਰਹੇ ਹਾਂ 7ਵੀਂ ਕਲਾਸ ਦੇ ਵਿੱਚ। ਤੇ ਲਾਭ ਸਾਨੂੰ 320 ਹੋਇਆ ਹੈ। CP ਖਰੀਦ ਮੁੱਲ ਸਾਡੇ ਕੋਲ ਟੋਟਲ 16000 ਸੀਗਾ ਗੁਣਾ 100। ਹੁਣ 2 ਜ਼ੀਰੋ ਨਾਲ ਦੇਖੋ 2 ਜ਼ੀਰੋ ਕੱਟੀ ਗਈਆਂ, ਤੀਜੀ ਜ਼ੀਰੋ ਨਾਲ ਤੀਜੀ ਜ਼ੀਰੋ ਵੀ ਕੱਟੀ ਗਈ ਤੇ 16 ਦੇ ਪੜ ਤੇ 32 2 ਤੇ ਆਉਂਦਾ 16 × 16 16 दूनी 32। ਇਹਦਾ ਸਾਡੇ ਕੋਲ ਆਂਸਰ ਕਿੰਨਾ ਆ ਗਿਆ ਬੇਟਾ? 2% ਸਾਡਾ ਇਸ ਸਵਾਲ ਦਾ ਆਂਸਰ ਆ ਗਿਆ ਹੈ। ਇਸ ਤਰ੍ਹਾਂ ਸਾਨੂੰ ਪ੍ਰੋਫਿਟ ਕਿੰਨਾ ਹੋਇਆ ਹੈ? 2% ਪ੍ਰੋਫਿਟ ਹੋਇਆ ਹੈ ਇਸ ਸਵਾਲ ਦਾ। ਦੇਖੋ ਬੇਟਾ ਬਹੁਤ ਇੰਪੋਰਟੈਂਟ ਸਵਾਲ ਹੈ। ਇਹਦੇ ਵਿੱਚ ਦੋ ਕਮੋਡਿਟੀ ਸੀਗੀਆਂ TV ਦੇ ਵੀਸਾ ਜਿਨ੍ਹਾਂ ਨੂੰ ਵੱਖ-ਵੱਖ ਪ੍ਰਾਈਸਿਸ ਤੇ ਵੇਚਿਆ ਗਿਆ ਤੇ ਵੱਖ-ਵੱਖ ਪ੍ਰਾਈਸਿਸ ਤੇ ਖਰੀਦਿਆ ਗਿਆ। 8-8 ਹਜ਼ਾਰ ਦਾ ਖਰੀਦਿਆ ਸੀਗਾ ਤੇ ਇਹਨਾਂ ਅਮਾਊਂਟਾਂ ਦੇ ਉੱਤੇ ਅਸੀਂ ਵੇਚਿਆ ਗਿਆ। ਸਾਨੂੰ ਪੁੱਛਿਆ ਜਾ ਰਿਹਾ ਸੀਗਾ ਕਿ ਟੋਟਲ ਟ੍ਰਾਂਸੈਕਸ਼ਨ ਦੇ ਉੱਤੇ ਸਾਨੂੰ ਲਾਭ ਹੋ ਰਿਹਾ ਹੈ ਜਾਂ ਹਾਨੀ, ਉਹ ਅਸੀਂ ਪਤਾ ਕਰ ਲਿਆ ਬੇਟਾ। ਉਮੀਦ ਕਰਾਂ ਤੁਹਾਨੂੰ ਸਮਝ ਆਇਆ ਹੋਵੇਗਾ। 6ਵਾਂ ਕੁਐਸਚਨ ਦੇਖੋ ਬੇਟਾ, ਕਹਿੰਦੇ ਸੇਲ ਦੇ ਦੌਰਾਨ ਇੱਕ ਦੁਕਾਨ ਸਾਰੀਆਂ ਵਸਤੂਆਂ ਦੇ ਅੰਕਿਤ ਮੁੱਲ ਤੇ 10% ਕਟੌਤੀ ਦਿੰਦੀ ਹੈ। ਜਿੱਦਾਂ ਤੁਸੀਂ ਜਾਣਦੇ ਹੋ ਮੋਲ ਦੇ ਬਾਹਰ ਲਿਖਿਆ ਹੁੰਦਾ ਨਾ 10% ਡਿਸਕਾਊਂਟ। ਕਹਿੰਦੇ ਕਿ ਜੀਨ 1450 ਰੁਪਏ ਲਿਖਿਆ ਸੀ ਜੀਨ ਦੇ ਉੱਪਰ ਅੰਕਿਤ ਮੁੱਲ। ਤੁਸੀਂ ਜੀਨ ਦੇ ਉੱਪਰ ਦੇਖੋ ਪਹਿਲਾਂ ਹੀ ਪ੍ਰਾਈਸ ਲਿਖਿਆ ਹੁੰਦਾ 1450 ਰੁਪਏ ਤੇ ਦੋ ਕਮੀਜ਼ਾਂ ਜਿਸ ਵਿੱਚ ਹਰੇਕ ਦਾ ਅੰਕਿਤ ਮੁੱਲ 850 ਹੈ। ਮਤਲਬ ਕਮੀਜ਼ ਦੋ ਖਰੀਦੀਆਂ ਪਰ ਇੱਕ ਕਮੀਜ਼ 850 ਰੁਪਏ ਦੀ ਸੀਗੀ। ਤੇ ਦੱਸੋ ਹੁਣ ਕਿੰਨਾ ਪੈਸਾ ਦੇਣਾ ਹੋਵੇਗਾ? देखो मैं लिख लिया कि जीन का अंकित मूल 1450 रुपये है, कमीज का अंकित मूल 850 है, पर कमीज असी दो लिया सी तो दो कमीजा का 850 जमा 850 1700 रुपये हो गया। तो टोटल पैसा अंकित मूल टोटल कितना हो गया 1700 तो 1450 असी जोड़ करांगे तो साढ़े कुल अंकित मूल आ गया 3150 रुपये। CP ऑफ जीन इज नहीं, CP ऑफ 1 शर्ट इन्नी है, CP ऑफ 2 शर्ट इन्नी होगी तो टोटल CP साढ़े को इन्नी हो गई। तो हम मैं तुहानूं कटौती वाला फार्मूला याद करवा चुका हूँ ऑलरेडी कि जो भी कटौती आएगी तो फार्मूला वही लगेगा, बट SP तो SP ही होगा, मतलब वेच मूल तो वेच मूल ही रहेगा 100 माइनस कटौती प्रतिशत बटा 100, लेकिन इतने खरीद मूल की थां अंकित मूल आता है। वैसे भी सवाल दे विच तुहानूं अपने आप ही याद आ जाएगा कि अंकित मूल दिता है तो अंकित मूल ही आना है। तो हुण देखो तुसीं वेच मूल पता करना है 100 माइनस कटौती 10% बटा 100 गुणा अंकित मूल तुसीं 3150 प्राप्त कर लिया है। देखो तुहाडे सामने है तो 100 दे विचों 10 घटाए तो 90 आ गया बेटा, 90 बटा 100 गुणा 3150, जीरो नाल जीरो कट्टिया गया, जीरो नाल जीरो कट्टिया गया है। तो हुण तुसीं साहब देख सकते हो कि तुसीं 315 नूं सिर्फ 9 नाल गुणा ही करोगे। तो 315 नूं असीं 9 नाल गुणा करांगे, साडा आंसर आ जाएगा। हुण 315 नूं 9 नाल गुणा करके देख लैंदे असीं। जदों 315 नूं असीं 9 नाल गुणा कीता 9 5 45, 9 1 9 ते 4 13, 3 ऊपर 1 9 ते 27 ते 1 28, तो साढ़े को रुपये 2835 बने ने जिहड़े कि उसने देने ने टोटल ग्राहक का भुगतान। आया समझ बेटा? इसी तरह हुण आपां सवाल करांगे अगे इंग्लिश मीडियम वाले बच्चे लिए, ध्यान देखियो। देखो बेटा आप लिख लिया कि SP का फार्मूला 100 माइनस डिस्काउंट बाय 100 इंटू MP होंदा है। तो मैं ऑलरेडी पहले समझाया हुआ है सारा फार्मूला। असी इस फार्मूले दे विच डिस्काउंट परसेंट भरनी है। MP 3150 पर कट लिया सीगा, 90 जीरो नाल जीरो कट्टी, जीरो नाल जीरो कट्टी, 315 9 नाल गुणा की तो 2835 साढ़े को आंसर आ गया बेटा। इस तरह साडा 6वां क्वेश्चन भी कंप्लीट हो गया है। उम्मीद कर रहे हैं तुहानूं समझ आ रहा होगा। हुण 8वां क्वेश्चन देखो ध्यान नाल। एक टैलीविजन का मुल 13000 है, इसते 12% की दर नाल टैक्स बेटा, मैं हुण तुहानूं ये भी समझाया सीगा कि टैक्स प्लस होंदा है, सेम वही फार्मूला है बस इत्थे प्लस लगेगा। 13000 जिहड़ा है टैलीविजन का मुल जो टैक्स तो पहला वाला है
तो उस 12% टैक्स वसूलिया जा रहा है, तो विनोद इस टैलीविजन को खरीदेगा तो कितनी भुगतान राशि देगा। इसका मतलब असी पता करना है टैलीविजन का मुल टैक्स लगन तो बाद वाला। ध्यान सोचना है। द प्राइस ऑफ टीवी इज 13,000, द सेल टैक्स चार्ज ऑन इज एट द रेट ऑफ 12%, फाइंड द अमाउंट दैट विनोद विल हैव टू पे इफ ही बाय इट। कोई चीज़ असी खरीदांगे तो उसनों सेल टैक्स देने तो बाद ही तो खरीद सकांगे। इट मीनस असी किहड़ी प्राइस पता करनी है, सेल टैक्स तो बाद वाली। हुण तुहानूं मैं फार्मूला याद करा चुका है, तुहानूं मैं दिखा देना एक बारी। देखो बेटा, मैं तुहानूं याद कराया सीगा कि कोई भी टैक्स आ जाए, वैट आ जाए, GST आ जाए, सारे प्लस होंदे ने। फार्मूला फिर वही रहेगा, बस असी जिथे SP लिखते सीगे उत्थे वैट सहित मुल, मतलब वैट तो बाद वाला मुल टैक्स तो बाद वाला मुल हुंदा है, तो जिथे असी CP लिखते हैं उत्थे वैट तो पहला वाला मुल। बाकी सारा फार्मूला सेम है, वैट हमेशा प्लस हुंदा है। प्राइस इंक्लूडिंग वैट, प्राइस इंक्लूडिंग टैक्स, प्राइस बिफोर टैक्स। फार्मूला बेटा वही है जोड़ा असी बार बार लगा रहे हैं, SP बराबर 100 प्लस माइनस प्रॉफिट बटा 100 गुणा CP वाला। तो बस वो टर्म्स चेंज कीतियां ने। हुण देखो ध्यान नाल मैं इस फार्मूले की वरतों किद्दां करांगा। देखो बेटा, मैं अपना फार्मूला लिख लिया है, टैक्स सहित मुल 100 जमा टैक्स प्रतिशत बटा 100 गुना टैक्स तो पहला वाला मुल। फार्मूला वही है साडे कोल जिहड़ा असी फार्मूला पहलों तो लगा रहे हैं। तुसीं मैं तुहानूं छोटा जिहा फार्मूला लिख के दिखा दिंदा आ। असी फार्मूला बार बार इक्को ही लगा रहे हैं, SP बराबर 100 जमा प्रॉफिट बटा 100 गुणा CP। इसे फार्मूले दी ध्यान विच रखते हुए असी सवाल नूं हल कर रहे हैं। बस SP की थां असीं लिखिया है टैक्स सहित, तो CP टैक्स तो पहला। हुण देखो टैक्स सहित मुल तो असीं पता करना है 100 जमा टैक्स सानूं दिता गया 12% बटा 100 गुणा टैक्स तो पहला मुल असीं पुछया सी 13,000 रुपए। तो हुण असीं जदों प्लस किया है तो 100 दे विच 12 जोड़े 112 बटा 100 गुणा 13,000, 2 0 ना 2 0 कट्टियां गई। हुण आपां 112 नूं 103 नाल गुणा करनी है तो साडा आंसर आ जाएगा। तो हुण देखो असीं 112 नूं 13 नाल गुणा करांगे, 0 तो उस तो बाद लग ही जाती है। 3 दूनी 6, 3 एकम 3, 3 एकम 3, 112, 6 5 4 1। तो सानू आंसर मिले 14 5 6 नाल एक 0 लग जाएगी क्योंकि 130 सीगा। ये साडा इस सवाल का आंसर है। उसनों टैक्स देने तो बाद जी 13,000 की चीज़ सीगी वो किन्ने च मिलेगी 14,560 विच। सेम इसी तरीके नाल ही असीं इंग्लिश वाले बच्चे ने करना है। वही 100 टैक्स 12% दिता गया है बटा 100, तो टैक्स तो पहला बिफोर टैक्स हैगी 13,000 रुपीज़ अमाउंट, तो 112 बटा 100 गुणा 13,000, 2 0 ना 2 0 कट्टे गए, गुणा करके साढ़े कोल 14,560 रुपये आंसर आ चुका है। इस तरह साडा सवाल भी कंप्लीट हो गया है। उम्मीद करना तुहानूं समझ आया होगा कि टैक्स प्लस हुंदा है तो कटौती माइनस हुंदी है। बेटा हुण 9वां क्वेश्चन देखो, अरुण एक जोड़ी स्केट्स पैरों के पाते ने जो पहिए वाले बूट होंगे ने स्केट्स किसी सेल तो खरीद के लिया जिसते दिती कि कटौती की दर 20%। कटौती वाला सवाल आ गया ना, जे उस द्वारा भुगतान की जान वाली राशि इन्नी है तो अंकित मुल पता करो। ਇਹਦਾ मतलब की होया, सानू भुगतान वाली राशि मतलब वेच मुल दिता गया है, अंकित मूल पता करना है बेटा, डिस्काउंट दिता होया है तो अमाउंट ही पे SP दी गई है, मार्केट प्राइस पता करनी है। तो सारे फार्मूला मैं कटौती वाला याद करवाया होया है, ध्यान नाल देखोगे सारे। देखो बेटा ये फार्मूला तुसीं चंगी तरह याद किया होया कि वेच मूल बराबर 100 माइनस कटौती बटा 100 गुणा अंकित मूल होंदा है। हुण देखो तुसीं सवाल दे विच पढ़ो, तुहानूं कटौती दर 20 दी गई है, तुसीं इत्थे बराबरे पाना है 100 माइनस 20 बटा 100 गुणा अंकित मूल तुसी पता करना। देखो अंकित मूल पता करो तो अंकित मूल नूं असी अंकित मूल रह सकते हैं जां असी उसनूं X भी मान सकते हाँ। तो वेच मूल सानूं 1600 दिता गया है, इस गल का ध्यान रखना है बेटा। सानूं अमाउंट पे SP दी गई है, MP पता करनी है तो डिस्काउंट 20 दिता होया। बस इंग्लिश वाले बच्चे सिर्फ फार्मूला इंग्लिश के लिखना, बाकी सारा टर्म्स वही चलनियां ने। 1600 बराबर 100 चो 20 माइनस किते 80 बटा 100 गुणा X, 0 ना 0 कटिया गया। तो तुहानूं दस्सिया सी कि 10 ने उपर जाके गुणा करना होंदा है तो 8 थल्ले आ जाता है, मतलब 1600 गुणा 10 बटा 8 बराबर उस घर विच कौन रह गया, कला X रह गया है। हुण तुसीं जे ध्यान नाल देखोगे तो 8 के पाड़े दे विच 16 आंदा है, 8 एकम 8, 8 दूनी 16 नाल 2 0 लग गए।
तो एक्स का मुल कितना आ गया, एक्स आ गया बेटा जी 200 ਤੇ 10 ਨਾਲ 1000 हो गया, रुपये 2000 ਤੁਹਾਡਾ अंकित मूल आ चुका है, MP आ चुकी है, जो कि इस सवाल का आंसर होगा। उम्मीद कर रहा तुहानूं समझ आई होगी कि जो भी कटौती वाला सवाल आएगा बेटा तुसीं इक्को ही फार्मूला लगाना है। वाला ਵੇਚ मूल हुंदा है जिहड़ी कटौती तो बाद दित्ती जाती है रकम, अंकित मूल कटौती तो पहला। सानूं साफ साफ लिखा गया कि असीं भुगतान कर चुके हैं 1600 रुपये का, मतलब कटौती तो बाद वाली राशि है। तो अंकित मूल लिखा ही होया, पता करो तो अंडरस्टूड अंकित मूल नूं आपां एक्स मान के सवाल नूं हल करांगे। अगला सवाल देखो ध्यान नाल। हुण देखो कहता है कि मैं एक हेयर ड्रायर 8% वैट, बेटा वैट आ गया ना, वैट हमेशा जुड़ता है, वैट समेत देखो वैट समेत पैसा है 5400 रुपये, तो वैट तो पहला पता करना है। तो हम सीधा ही फार्मूला याद कराया है, ध्यान नाल देखियो मैं फार्मूला लिखन जा रहा। देखो बेटा ये फार्मूला तुहानूं याद कराया ऐसे कि वैट समेत मूल बराबर है 100 जमा वैट प्रतिशत बेटा 100 गुना वैट तो पहला वाला मूल। याद रखो बेटा असी बार बार तुहानूं समझाने की कोशिश कर रहे हैं कि इक्को ही फार्मूला याद किया है, SP बराबर 100 जमा प्रॉफिट प्रतिशत बटा 100 गुणा CP। हर सवाल दे विच सवाल नूं पढ़ के असी SP ते CP नूं बदल रहे हाँ, फार्मूले दे विच कोई चेंजिस नहीं आ रही हैं बेटा, ध्यान रखना इस गल का। हुण तुहानूं याद होना चाहिए कि वैट टैक्स ते GST दे विच इत्थे की लिखना होंदा है, वैट समेत टैक्स समेत GST समेत। इत्थे वैट तो पहला GST तो पहला टैक्स तो पहला, तो हमेशा वैट टैक्स ते GST बेटा जुड़ता है। इस करके इस फार्मूले नूं मैं जिहड़ा तुहानूं याद कराया है उसी फार्मूले नाल मैं सारे दे सारे सवाल तुहानूं करवाउण दी कोशिश कर रहा हाँ। तो तुसीं सवाल नूं पढ़ो कि वैट समेत वाली राशि 5400 है, इनकलूडिंग वैट, प्राइस विद वैट या इनकलूडिंग वैट इक्को ही गल हुंदी है। इस करके असी इंग्लिश वाले बच्चे के द्वारा नहीं लिख रहे हैं, सानू 5400 रुपये दे दिते गए ने इनकलूडिंग वैट के बराबर 100 जमा वैट लगा है 8% बटा 100 गुणा वैट तो पहला वाला मूल तो असी पता करना है, जिहड़ी चीज़ पता करनी होंदी है उसनूं असी एक्स मान सकते हाँ। तो साडे कोल हुण बेटा जी 5400 बराबर 108 बटा 100 गुणा एक्स आ चुका है। तो तुहानूं पता ही है कि जदों एक्स का मूल पता करना होवे ते नाल वाली रकम बटे च होवे तो थल्लड़ी वाली रकम उपर ते उपरली थल्ले रखी दी हुंदी है, मतलब 5400 गुणा 100 उपर आ गया तो 108 नीचे आ गया, तो उस घर विच सज्जे हथ सिर्फ एक्स बच गया है बेटा। हुण तुसीं ध्यान नाल कटिंग करनी है 108 ते 5400 दी, ध्यान नाल समझना है बेटा 108 ते 5400 की कटिंग हो सकती है किदा, 108 एकम 108, 108 पंजे 540 होंदा है बेटा। मैं तुहानूं पहले भी समझाया सी, देखो पहला अखर है 5, एक है इधर 5 है, तो इधर 5 उदों ही आएगा जो 108 नूं 5 नाल गुणा करके देखिए। तो असी रफ काम दे विच जदों 108 नूं 5 नाल गुणा करके देखिया तो साडे कोल 540 ही आ गया बेटा। इस करके नाल दी जीरो इहदे नाल लग गई है जिहड़ी, तो 50 ते 100 नूं गुणा करांगे तो सारे नूं पता है बेटा आपां नूं कि 5000 रुपये साडा आंसर आवेगा। इस तरह टैक्स तो पहला दी राशि 5000 सीगी, टैक्स लगन तो बाद वो कितनी बन गई 5400। इस तरह असी इस सवाल नूं भी बड़े ही सौखे तरीके नाल कंप्लीट किया है। उम्मीद कर रहा तुहानूं समझ आ रहा होगा। अगला सवाल देखियो बेटा। हुण बेटा इस सवाल विच क्या है कि वस्तु 1239 विच खरीदी गई जिस विच 18% वस्तु सेवा कर GST आ गया बेटा, GST शामिल है। सेवा कर लगन तो पहला सेम क्वेश्चन जिहड़ा असीं पिछला कीता सी वही क्वेश्चन रिपीट हो गया है। उत्थे तुहाडे कोल वैट सीगा, इत्थे तुहाडे कोल GST है, बस नाम चेंज होया है। GST भी बेटा प्लस ही हुंदा है, तो सानू GST तो बाद वाली रकम दिती है तो GST लगन तो पहला वाली पता करनी है। इनकलूडिंग GST पता है तो बिफोर GST पता करना है। देखो बेटा असीं फार्मूला लिख लिया, जिथे वैट सीगा उत्थे GST आ गया, बाकी सारा फार्मूला सेम है। हुण GST सहित मूल कितना है 1239, प्राइस विद GST कितना है 1239। दोनों मीडियम वाले बच्चों लिए एक ही तरीके नाल लिख रहे हैं। 100 आ गया जमा GST प्रतिशत 18 है बटा 100 गुणा GST तो पहला बिफोर GST आपां एक्स मान लिया है क्योंकि असीं पता करनी है। हुण 1239 बराबर आ गया है 118 बटा 100 गुणा एक्स बेटा जी। सारे नूं पता है 100 ने ऊपर जाना है तो 118 नीचे, तो 1239 गुणा, इसका तो ध्यान रखना है बेटा 100 ने ऊपर चले जाना है
118 ਨੇ ਨੀਚੇ ਤੇ ਉਸ ਘਰ ਵਿੱਚ x ਨੇ ਅਕੇਲੇ ਰਹਿ ਜਾਣਾ ਹੈ। ਹੁਣ ਅਸੀਂ ਇਸ ਸਵਾਲ ਨੂੰ ਕਟਿੰਗ ਕਰਨੀ ਹੈ ਤੇ ਆਂਸਰ ਕੱਢਣਾ ਹੈ ਬੇਟਾ। ਸਭ ਤੋਂ ਪਹਿਲਾਂ ਬੇਟਾ ਦੇਖੋ ਉੱਪਰ ਵੀ ਜਿਸ ਸੰਖਿਆ ਹੈ ਥੱਲੇ ਵੀ ਜਿਸ ਸੰਖਿਆ ਹੈ, ਆਪਾਂ ਇਸਦਾ ਅੱਧਾ ਕਰ ਦਿੰਦੇ ਹਾਂ ਬੇਟਾ। 100 ਦਾ ਅੱਧਾ 50 ਤੇ 118 ਦਾ ਅੱਧਾ ਕਿੱਦਾਂ ਕਰਾਂਗੇ? 100 ਰੁਪਏ ਇੱਕ ਹੱਥ ਦੇ ਵਿੱਚ, 18 ਇੱਕ ਦੇ ਹੱਥ ਵਿੱਚ। 100 ਦਾ ਅੱਧਾ 50, 18 ਦਾ 9 ਤੇ 50 ਤੇ 9 ਹੋ ਗਏ 59 ਰੁਪਏ। ਹੁਣ ਦੇਖੋ 1239 ਤੇ 59 ਨੂੰ ਅਸੀਂ ਭਾਗ ਕਰਕੇ ਦੇਖਦੇ ਹਾਂ। ਧਿਆਨ ਨਾਲ ਦੇਖਿਓ ਸਾਰੇ, 1239 ਤੇ 59 ਨੂੰ ਭਾਗ ਕਰਨ ਜਾ ਰਿਹਾ ਹਾਂ। 59 ਦਾ ਪਾੜਾ ਤਾਂ ਮੈਨੂੰ ਆਉਂਦਾ ਹੀ ਨਹੀਂ, ਪਰ ਚਲੋ 59 ਏਕਮ 59 ਹੋ ਗਿਆ। 59 ਨੂੰ 59 ਵਿੱਚ ਜੋੜ ਕੇ ਦੇਖ ਲੈਂਦੇ ਹਾਂ ਬੇਟਾ। 59 ਤੇ 59 ਨੂੰ ਜੋੜ ਕੇ ਦੇਖਦੇ ਹਾਂ। ਜੇ 59 ਦੇ ਵਿੱਚ 59 ਜੋੜੀਏ 118 ਆਉਂਦਾ ਬੇਟਾ। ਮਤਲਬ 59 ਏਕਮ 59, 59 ਦੂਣੀ 118, ਜੋ ਕਿ 123 ਦੇ ਬਹੁਤ ਨੇੜੇ ਹੈ। ਤੇ ਬਕਾਇਆ ਬਚ ਗਿਆ ਸਾਡੇ ਕੋਲ 5, ਉੱਪਰੋਂ ਉਤਾਰਿਆ 9। 59 ਏਕਮ 59 ਭਾਗ ਬੇਟਾ ਪੂਰੀ ਹੋ ਗਈ ਹੈ, ਕਟਿੰਗ ਵੀ ਹੋ ਗਿਆ। ਇਹਦਾ ਮਤਲਬ 59 ਏਕਮ 59, 59 21 ਜਾਂ 21 ਤਾਂ ਕੱਟ ਗਿਆ। ਹੁਣ 21 ਤੇ 50 ਨੂੰ ਅਸੀਂ ਗੁਣਾ ਕਰ ਦਿੰਦੇ ਹਾਂ। ਸਾਰਿਆਂ ਨੂੰ ਪਤਾ 21 ਨੂੰ 50 ਨਾਲ ਗੁਣਾ ਕਰਾਂਗੇ ਤਾਂ 0, 5 ਏਕਮ 5, 5 ਦੂਣੀ 10 ਤੇ ਰੁਪਏ ਕਿੰਨੇ ਆ ਗਏ ਨੇ? 1050, ਜੋ ਕਿ ਟੈਕਸ ਲੱਗਣ ਤੋਂ ਪਹਿਲਾਂ ਸੀਗੇ। ਟੈਕਸ ਲੱਗਣ ਤੋਂ ਬਾਅਦ ਕਿੰਨੇ ਬਣ ਗਏ? 1239। ਇਹ ਸਾਡਾ ਇਸ ਸਵਾਲ ਦਾ ਬੇਟਾ ਆਨਸਰ ਹੋਏਗਾ। ਇਸ ਤਰ੍ਹਾਂ ਸਾਡੀ ਅਭਿਆਸ 8.2 ਬੇਟਾ ਕੰਪਲੀਟ ਹੋ ਗਈ ਹੈ। ਉਮੀਦ ਕਰਦਾ ਕਿ ਤੁਹਾਨੂੰ ਸਮਝ ਆਈ ਹੋਵੇਗੀ। ਜੇਕਰ ਮੇਰੀ ਵੀਡੀਓ ਬੇਟਾ ਵਧੀਆ ਲੱਗੀ ਹੋਵੇ, ਮੇਰੇ ਸਮਝਾਉਣ ਦਾ ਤਰੀਕਾ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆ ਰਿਹਾ ਹੋਵੇ, ਜਿਸ ਤਰ੍ਹਾਂ ਮੈਂ ਦੇਖੋ ਇੱਕੋ ਹੀ ਫਾਰਮੂਲੇ ਨਾਲ ਸਾਰੀ ਅਭਿਆਸ ਨੂੰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਜ਼ਰੂਰ ਬੇਟਾ ਕਮੈਂਟ ਕਰਿਓ। ਜ਼ਰੂਰ ਮੇਰੀ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਤੇ ਵੀਡੀਓ ਨੂੰ ਪੂਰਾ ਦੇਖੋ ਬੇਟਾ। ਤੇ ਮੇਰੇ ਚੈਨਲ ਨੂੰ ਬੇਟਾ ਸਬਸਕ੍ਰਾਈਬ ਕਰਨਾ ਨਾ ਭੁੱਲੋ, ਤਾਂ ਕਿ ਅਗਲੀ ਵੀਡੀਓ ਤੁਹਾਡੇ ਫੋਨ ਤੇ ਸਭ ਤੋਂ ਪਹਿਲਾਂ ਸ਼ੋ ਹੋਵੇ।